ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ। ਦੇਸ਼ਾਂ ਵਿਦੇਸ਼ਾਂ ਵਿੱਚ ਵੱਖ-ਵੱਖ ਮਾਧਿਅਮ ਜ਼ਰੀਏ ਤੁਸੀਂ ਇਸ ਗੱਲਬਾਤ ਨਾਲ ਜੁੜ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ। ਗੱਲਬਾਤ ਜਿਸ ਦੇ ਵਿੱਚ ਧਿਆਨ ਕੇਂਦਰਿਤ ਹੋਵੇਗਾ ਪੰਜਾਬ ਉੱਪਰ, ਕਿਉਂਕਿ ਆ ਜਿਹੜਾ ਸਮਾਂ ਆ ਸਾਲ ਦਾ, ਇਹ ਜੋ ਸਮਾਂ ਹੁੰਦਾ ਹੈ ਨਵੰਬਰ ਮਹੀਨੇ ਦਾ ਸਮਾਂ, ਨਵੰਬਰ ਦਾ ਸ਼ੁਰੂਆਤੀ ਸਮਾਂ, ਇਹ ਪੰਜਾਬ ਉੱਪਰ ਧਿਆਨ ਕੇਂਦਰਿਤ ਕਰਦਾ। ਸਿੱਖ ਕੌਮ ਨਾਲ ਸੰਬੰਧਿਤ ਮਸਲਿਆਂ ਉੱਪਰ ਵੀ ਧਿਆਨ ਪੈਂਦਾ ਹੈ ਅਤੇ ਇਸ ਸਮੁੱਚੇ ਸਮੇਂ ਦੌਰਾਨ, ਅੱਜ ਦੀ ਗੱਲਬਾਤ ਦੌਰਾਨ, ਆਪਾਂ ਇਹਨਾਂ ਵਿਸ਼ਿਆਂ ਵੱਲ ਧਿਆਨ ਦੇਵਾਂਗੇ। ਪੰਜਾਬ ਦਿਵਸ ਦਾ ਜ਼ਿਕਰ ਵੀ ਇਹਨਾਂ ਦਿਨਾਂ ਦੌਰਾਨ ਹੁੰਦਾ ਹੈ, ਪੰਜਾਬ ਦੇ ਮੁੱਦਿਆਂ ਦਾ ਹੁੰਦਾ ਹੈ, ਪੰਜਾਬੀ ਮਾਂ ਬੋਲੀ ਦੀ ਗੱਲ ਵੀ ਹੁੰਦੀ ਹੈ ਅਤੇ ਨਾਲ ਦੀ ਨਾਲ ਜੂਨ 1984 ਤੋਂ ਜੋ ਇੱਕ ਘਟਨਾਕ੍ਰਮ ਚੱਲਣਾ ਸ਼ੁਰੂ ਹੋਇਆ ਸੀ, ਉਹ ਵੱਧਦਾ 31 ਅਕਤੂਬਰ 1984 ਅਤੇ ਨਵੰਬਰ ਦਾ ਪਹਿਲਾ ਹਫ਼ਤਾ, ਇਹ ਵਾਲੇ ਦਿਨ ਜਿਹੜੇ ਨੇ, ਇਹਨਾਂ ਵਿੱਚ ਸਿੱਖ ਕੌਮ ਲਈ ਇੱਕ ਬਹੁਤ ਵੱਡਾ ਦੁਖਾਂਤ ਵੀ ਲੈ ਕੇ ਆਇਆ। ਨਵੰਬਰ 1984 ਦਾ ਸਿੱਖ ਵਿਰੋਧੀ ਕਤਲੇਆਮ, ਉਸ ਬਾਰੇ ਵੀ ਤਫਸੀਲੀ ਗੱਲ ਕਰਾਂਗੇ, ਕਿਉਂਕਿ 40 ਸਾਲ ਹੋ ਚੱਲੇ ਨੇ, 40 ਸਾਲ ਹੋਣ ਵੱਲ ਨੂੰ ਵੱਧ ਰਹੇ ਨੇ। 4 ਦਹਾਕੇ ਥੋੜ੍ਹਾ ਨਹੀਂ ਹੁੰਦਾ, ਬਹੁਤ ਲੰਮਾ ਸਮਾਂ। ਹਾਲੇ ਤੱਕ ਵੀ ਇਨਸਾਫ ਨਹੀਂ ਹੋਇਆ। ਕੇਸ ਅਦਾਲਤਾਂ ਵਿੱਚ ਚੱਲ ਰਹੇ ਨੇ, ਪਰ ਇਨਸਾਫ ਦੀ ਗੱਲ ਕੋਈ ਹੁੰਦੀ ਹੋਈ ਵਿਖਾਈ ਨਹੀਂ ਦੇ ਰਹੀ। ਬਹੁਤ ਸਾਰੇ ਕਤਲੇਆਮ ਪੀੜਤ ਪਰਿਵਾਰਾਂ ਦੇ ਪਰਿਵਾਰ ਇਨਸਾਫ ਉਡੀਕਦੇ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ। ਹਰ ਵਾਰ ਇਹਨਾਂ ਦਿਨਾਂ ਦੌਰਾਨ ਉਸ ਕਤਲੇਆਮ ਦੀ ਇੱਕ ਚੀਜ਼ ਉੱਠਦੀ ਹੈ, ਇੱਕ ਪੀੜ ਜਿਹੜੀ ਮਹਿਸੂਸ ਕੀਤੀ ਜਾਂਦੀ ਹੈ ਅਤੇ ਬਹੁਤ ਇੱਕ ਵੱਡਾ ਇੱਕ ਜ਼ਖਮ ਇਹ ਘਟਨਾਕ੍ਰਮ ਹੁਣ ਤੱਕ ਵੀ ਮਹਿਸੂਸ ਹੁੰਦਾ ਹੈ। ਨਵੰਬਰ 1984 ਦਾ ਸਿੱਖ ਵਿਰੋਧੀ ਕਤਲੇਆਮ, ਜਿਹੋ ਜਿਹੀ ਕੋਈ ਮਿਸਾਲ ਸ਼ਾਇਦ ਦੁਨੀਆ 'ਚ ਨਹੀਂ ਲੱਭਦੀ। ਹਿਟਲਰ ਵੱਲੋਂ ਯਹੂਦੀਆਂ ਦੇ ਖਿਲਾਫ ਜੋ ਕਾਰਾ ਉਹਨਾਂ ਦਿਨਾਂ ਦੌਰਾਨ ਕੀਤਾ ਗਿਆ, ਉਹਦੀ ਚਰਚਾ ਹੁੰਦੀ ਹੈ। ਪਰ ਇਹ ਜਿਹੜਾ ਜੂਨ 1984 ਤੋਂ ਲੈ ਕੇ ਨਵੰਬਰ 1984 ਤੱਕ ਦਾ ਘਟਨਾਕ੍ਰਮ, ਖਾਸ ਕਰ ਜੇ ਸਿੱਖ ਕਤਲੇਆਮ ਦੀ ਗੱਲ ਕਰੀਏ, ਦਿੱਲੀ ਦਾ ਸਿੱਖ ਕਤਲੇਆਮ ਜੋ ਕਈ ਦਿਨਾਂ ਤੱਕ ਚੱਲਿਆ, ਉਸ ਵਰਗੀ ਕੋਈ ਮਿਸਾਲ ਆਧੁਨਿਕ ਸਮੇਂ ਵਿੱਚ ਬਹੁਤ ਘੱਟ ਲੱਭਦੀ ਹੈ। ਕੋਈ ਇਹੋ ਜਿਹੀ ਮਿਸਾਲ ਸ਼ਾਇਦ ਹੀ ਤੁਹਾਨੂੰ ਦੁਨੀਆ 'ਚ ਕੋਈ ਇਹੋ ਜਿਹੀ ਮਿਲੂਗੀ, ਇਹੋ ਜਿਹੇ ਕਤਲੇਓ ਗਾਰਤ ਵਾਲੇ ਮਾਹੌਲ ਦੀ। ਸੋ ਇਹਨਾਂ ਸਾਰੇ ਮੁੱਦਿਆਂ ਉੱਪਰ ਧਿਆਨ ਪਾਵਾਂਗੇ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਅੰਕ ਵਿੱਚ। ਅਤੇ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਇਸ ਬੇਹੱਦ ਸੰਜੀਦਾ ਗੰਭੀਰ ਵਿਸ਼ੇ ਨਾਲ ਤੁਸੀਂ ਸਮੁੱਚੇ ਸਮੇਂ ਦੌਰਾਨ, ਸਮੁੱਚੇ ਸਮੇਂ ਤੱਕ ਜੁੜੇ ਰਹੋ ਅਤੇ ਇਸ ਗੱਲਬਾਤ ਨੂੰ ਹੋਰਨਾਂ ਦੇ ਨਾਲ ਸਾਂਝਾ ਵੀ ਕਰਿਓ ਤਾਂ ਕਿ ਇਹਨਾਂ ਵਿਸ਼ਿਆਂ ਸੰਬੰਧੀ ਗੱਲ ਸਭ ਤੱਕ ਪਹੁੰਚੇ। ਸੋ ਗੱਲ ਜਦੋਂ ਹੁੰਦੀ ਹੈ, ਨਵੰਬਰ ਮਹੀਨਾ ਜਦੋਂ ਸ਼ੁਰੂ ਹੁੰਦਾ ਹੈ, ਤਾਂ ਪੰਜਾਬ ਦੀ ਵੀ ਗੱਲ ਹੁੰਦੀ ਹੈ, ਹੋਣੀ ਬਣਦੀ ਵੀ ਹੈ, ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਵੀ ਗੱਲ ਹੁੰਦੀ ਹੈ ਅਤੇ ਹੋਣੀ ਬਣਦੀ ਵੀ ਹੈ। ਇੱਕ ਬੰਨੇ ਲੰਮੀ ਜੱਦੋ-ਜਹਿਦ ਤੋਂ ਬਾਅਦ ਜੋ ਪੰਜਾਬੀ ਸੂਬਾ ਹੋਂਦ ਵਿੱਚ ਆਇਆ, ਭਾਵੇਂ ਦੀ ਵੱਢ ਟੁੱਕ ਬਹੁਤ ਕੀਤੀ ਗਈ, ਉਸ ਸੂਬੇ ਦੀ ਸਥਾਪਨਾ ਦਾ ਦਿਨ ਵੀ ਨਵੰਬਰ ਮਹੀਨੇ ਦੇ ਸ਼ੁਰੂ 'ਚ ਹੀ ਆਉਂਦਾ ਹੈ ਅਤੇ ਨਾਲ ਹੀ ਇਸੇ ਦਿਨ ਤੋਂ ਦਿੱਲੀ ਵਿੱਚ 1984 'ਚ ਸਿੱਖ ਵਿਰੋਧੀ ਕਤਲੇਆਮ ਵੀ ਸ਼ੁਰੂ ਹੁੰਦਾ ਹੈ। ਕਤਲੇਆਮ ਦੀ ਗੱਲ ਵੀ ਆਪਾਂ ਕਰਾਂਗੇ। ਪੰਜਾਬ ਦੀ ਜੇਕਰ ਗੱਲ ਪਹਿਲਾਂ ਸ਼ੁਰੂ ਵਿੱਚ ਤੁਹਾਨੂੰ ਦੱਸੀਏ ਤਾਂ ਪਿਛਲੇ ਦਿਨੀਂ ਬਹਿਸ ਹੋ ਚੁੱਕੀ ਹੈ। ਉਹ ਬਹਿਸ ਜਿਸ ਨੂੰ ਲੈ ਕੇ ਮਾਹੌਲ ਕਾਫੀ ਭਖਿਆ ਹੋਇਆ ਸੀ ਅਤੇ ਇਸ ਬਹਿਸ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਗਰਮਾਇਆ ਹੋਇਆ ਸੀ। ਕੌਣ ਇਸ ਬਹਿਸ ਵਿੱਚ ਸ਼ਮੂਲੀਅਤ ਕਰੂਗਾ, ਕੌਣ ਨਹੀਂ ਕਰੂਗਾ, ਇਹ ਬਹਿਸ ਸ਼ੁਰੂ ਹੋਣ ਵਾਲੇ ਦਿਨ ਅਤੇ ਉਸ ਸਮੇਂ ਤੱਕ ਵੀ ਤੈਅ ਨਹੀਂ ਹੋ ਸਕਿਆ ਸੀ। ਬਹੁਤ ਵਾਰੀ ਬਿਆਨ ਆਏ, ਹਿੱਸਾ ਲਵਾਂਗੇ ਫਿਰ ਨਹੀਂ ਲਵਾਂਗੇ, ਬਹੁਤ ਸਾਰੇ ਯੂ ਟਰਨ ਲਏ ਗਏ। ਇਸ ਕਰਕੇ ਕਿਸੇ ਨੂੰ ਵੀ ਸਪਸ਼ਟ ਨਹੀਂ ਸੀ ਕਿ ਇਸ ਬਹਿਸ ਵਿੱਚ ਕੌਣ ਸ਼ਾਮਲ ਹੋਊਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਖੁੱਲ੍ਹੀ ਬਹਿਸ ਦਾ ਸੱਦਾ ਕਾਫੀ ਦਿਨ ਪਹਿਲਾਂ, ਕਾਫੀ ਹਫ਼ਤੇ ਪਹਿਲਾਂ ਹੀ ਦਿੱਤਾ ਹੋਇਆ ਸੀ, ਪਰ ਫਿਰ ਵੀ ਜੋ ਵਿਰੋਧੀ ਧਿਰਾਂ ਦੇ ਆਗੂ ਸਨ, ਜਿਨ੍ਹਾਂ ਵੱਲ ਧਿਆਨ ਰੱਖ ਕੇ ਮੁੱਖ ਮੰਤਰੀ ਨੇ ਸੱਦਾ ਦਿੱਤਾ ਸੀ, ਉਹ ਆਉਣਗੇ ਜਾਂ ਨਹੀਂ, ਇਸ ਨੂੰ ਲੈ ਕੇ ਸਥਿਤੀ ਬਿਲਕੁਲ ਵੀ ਸਪਸ਼ਟ ਨਹੀਂ ਸੀ। ਮਗਰਲੇ ਦਿਨ ਤੱਕ ਵੀ ਸਥਿਤੀ ਸਪਸ਼ਟ ਨਹੀਂ ਸੀ ਇਸ ਬੰਨੇ।
एक चीज़ ही स्पष्ट सी कि इस बहस में मुख्य मंत्री भगवंत मान जरूर हाज़र होणगे, वो अपनी गल जरूर करनगे, मेज़बान वजों भी तो सूबे के मुख्य मंत्री वजों भी। तो ठीक इदां ही होया, मंच उत्ते कुर्सियां लगियां सी, पर इक्को ही कुर्सी जिहड़ी आ उहदे उपर कोई बैठा नज़र आया सी, ते वो सी मुख्य मंत्री भगवंत मान। भारतीय जनता पार्टी वालों सुनील कुमार जाखड़ सूबा प्रधान नहीं आए, पर उन्हों की कुर्सी उन्होंने नां समेत लगी हुई सी। कांग्रेस वालों अमरिंदर सिंह राजा वड़िंग उन्होंने भी कुर्सी लगी सी, पर वो नहीं आए। विधान सभा में विरोधी धिर के नेता प्रताप सिंह बाजवा उन्होंने भी कुर्सी लाई गई सी, पर वो भी नहीं आए। तो श्रोमणी अकाली दल वालों सुखबीर सिंह बादल पार्टी प्रधान वजों उन्होंने भी कुर्सी लगी सी, पर वो भी नहीं आए। तो एको ही कुर्सी जिहदे उपर मुख्य मंत्री भगवंत मान बैठे सी, उस वल्लों ही सारी गलबात हुई। उन्होंने पिछलियां सरकारां वेले जो गल्लां सामने आईयां, पाणियां दी गल होवे जां करजे दी गल होवे, उन्हां सारियां उपर अपने वेरवे लोकां सामने रखे। ते जो नहीं आए उन्हां वल गल भी कीती, ते नाल दी नाल उन्हां अपनी सरकार दीयां भी प्राप्तियां लोकां सामने रख दित्तियां। इस तरीके नाल ये बहस जिहड़ी आ वो मुकम्मल हुई। दूजे बन्ने बहुत सारे इल्ज़ाम भी लगे कि बहुत सारे लोग जो हिस्सा लेना चाहते सी पर उन्होंने आउण नहीं दिता गया, जिवें बेरोज़गारी टीटी अध्यापक, किसान जथेबंदियां, बहुत सारे पत्रकार भी बाहर इस गल का तौखला करते नज़र आए कि उन्होंने अंदर नहीं जाण दिता गया, सद्दा पत्तर वाले लोग ही अंदर जा सके। मालवे के चर्चित आगू लखा सिधाणा नूं भी घर विच नज़रबंद कीते जाण दीआं वीडियो सोशल मीडिया उत्ते वेखीआं गईआं। कुल मिला के लुधियाना और पंजाब खेतीबाड़ी यूनिवर्सिटी के आस पास का माहौल एक पुलिस छाउणी वर्गा उस दिन बनया नज़र आया, जो तस्वीरां मीडिया जरिए प्राप्त होईयां। खैर, ये बहस का समागम मुकम्मल हो गया, पर वड्डा सवाल है कि पंजाब के मुद्दे जिहड़े ने वो किन्ना क अगे तुरे, की हल निकलिया, कुछ गल अगे तुरी है। सियासी बहस तो नहीं हो सकी, पर जिस चीज़ वल समूह पंजाबियों का ध्यान लग्या सी, उसी पंजाब के मसले, पंजाब के विषय, पंजाब के चिरां तो लटकते मसले, कि उन्हां संबंधी कोई पहलकदमी हो सकी है, कि उन्हां मुद्दों का कोई हल निकल सकिया, कि कुछ गलबात अगे तुरी है। इस बन्ने जरूर सारे गल करते वेखे जा रहे हैं। हुण इस मीटिंग तो बाद इल्ज़ाम बयानबाजी हुण भी चल रही है। विरोधी धिरां कह रही ने कि एक पासड़ बैठक हुई है, पर हुण भी इत्थे भी दसना बनता है कि एक पासड़ बनाउण विच उन्हां दा भी योगदान रहा है, क्योंकि वो आए ही नहीं। जेकर आउंदे तां एक पासड़ नहीं हुंदी। ये भी बड़ा वड्डा एक सवाल बन के उभरिया कि विरोधी धिरां ने एक खुद मौका दे दिता सूबा सरकार नूं उत्थे ना जाके, बहस विच हिस्सा ना लैके, बाद विच हुण बहुत सारे बयान सारियां धिरां ने सोशल मीडिया जरिए फेसबुक लाइव उत्ते जारी कर दिते ने, पर जदों मौका सी उस दिन विरोधी धिरां दे आगू बहस विच हिस्सा लैण नहीं पहुंचे। पर नाल ही सवाल भी उठ रहा है कि जो लोग आउणा चाहुंदे सी, जो बहस करना चाहुंदे सी, उन्होंने उत्थे पहुंचण नहीं दिता गया। सो ये दोवें सवाल जिहड़े ने नालों नाल चल रहे हैं। पर कुल मिला के सूबा सरकार वालों उस मंच नूं एक विचारां दे प्रगटावे जरिए अपनी गल कहण दे मंच वजों पेश किया गया। सूबा सरकार दीयां प्राप्तियां, योजनावां, आउण वाले समय दी योजनावां संबंधी भी मुख्य मंत्री ने इस मौके अपने बयान रखे ने। पर इस समुची गलबात विचों दो तीन विषय अजिहे सन जिन्हां दा कोई जिक्र नहीं होया। बेअदबी दा मुद्दा, बहबल कलां गोली कांड, इंसाफ कित्थे क पहुंचा, किन्नी गल हुई है, किन्नी रहिंदी है, इहदा कोई जिक्र नहीं होया। एक भी शब्द इहदे बारे नहीं दस्सिया गया जां कहा गया। एक बहुत वड्डा विषय चोणां तो पहलां सत्ताधारी धिर वल्लों इहदी गल भी की गई, इसका जिक्र भी किया गया सी, पर बहस वाले दिन ये मुद्दा बिल्कुल भी गलबात विच सुनाई नहीं दिता। एक बड़ा अहम विषय है पंजाब का इस वेले का, इसका जिक्र नहीं होया। ये लोगों की भावनावां दे नाल जुड़िया एक विषय है।
ਸੋ ਇਹ ਵੀ ਇੱਕ ਅਜਿਹਾ ਨੁਕਤਾ ਹੈ ਇਸ ਸਮੁੱਚੇ ਘਟਨਾਕ੍ਰਮ ਦਾ ਜਿਹਦੇ ਵੱਲ ਲੋਕਾਂ ਦਾ ਧਿਆਨ ਗਿਆ ਹੈ। ਇਸ ਤੋਂ ਇਲਾਵਾ ਹੁਣ ਅੱਗੇ ਦੀ ਜੇਕਰ ਤੁਹਾਨੂੰ ਗੱਲ ਦੱਸੀਏ ਤਾਂ ਪੰਜਾਬ ਸਰਕਾਰ ਵੱਲੋਂ ਆਉਂਦੇ ਦਿਨਾਂ ਦੌਰਾਨ ਕੈਬਨਿਟ ਦੀ ਮੀਟਿੰਗ ਵੀ ਬੁਲਾਈ ਗਈ ਹੈ। ਦੀਵਾਲੀ ਤੋਂ ਪਹਿਲਾਂ ਇਹ ਮੀਟਿੰਗ ਹੋਣ ਦੀ ਸੰਭਾਵਨਾ ਹੈ ਅਤੇ ਇਹਦੇ ਵਿੱਚ ਕਈ ਜ਼ਰੂਰੀ ਵਿਸ਼ੇ ਜਿਹੜੇ ਨੇ ਉਹ ਵਿਚਾਰੇ ਜਾਣਗੇ। ਲੋਕਾਂ ਲਈ ਕੁਝ ਅਹਿਮ ਐਲਾਨ ਵੀ ਸੂਬਾ ਸਰਕਾਰ ਦੀ ਤਰਫੋਂ ਹੋ ਸਕਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹਦਾ ਇਸ਼ਾਰਾ ਬੀਤੇ ਦਿਨੀ ਕੀਤਾ ਸੀ। ਪਰ ਸਭ ਤੋਂ ਵੱਡੀ ਗੱਲ ਫਿਰ ਇਹੀ ਹੈ ਕਿ ਜਿੱਥੇ ਗੁਆਂਢੀ ਸੂਬੇ ਹਰਿਆਣੇ ਵਿੱਚ SYL ਨੂੰ ਲੈ ਕੇ ਲਗਾਤਾਰ ਗੱਲ ਹੋ ਰਹੀ ਹੈ, ਕਰਵਾ ਚੌਥ ਵਾਲੇ ਦਿਨ ਵੀ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਚੱਲੇ ਨੇ ਜਿਹਦੇ ਵਿੱਚ ਅਗਲੇ ਸਾਲ SYL ਦੇ ਪਾਣੀ ਜ਼ਰੀਏ ਵਰਤ ਖੋਲ੍ਹਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਹੈ ਤਾਂ ਇਹ ਸੋਸ਼ਲ ਮੀਡੀਆ ਦਾ ਇੱਕ ਸ਼ਗੂਫਾ ਹੀ, ਪਰ ਇੱਕ ਵਾਰ ਫਿਰ ਇਹ ਗੱਲ ਸਮਝ ਆਉਂਦੀ ਕਿ ਕਿਵੇਂ SYL ਦਾ ਮੁੱਦਾ ਹੁਣ ਲਗਾਤਾਰ ਚਰਚਾ ਵਿੱਚ ਰਹਿਣ ਲੱਗ ਪਿਆ। ਇਹਦਾ ਕਿਸੇ ਨਾ ਕਿਸੇ ਆਨੇ ਬਹਾਨੇ ਜ਼ਿਕਰ ਹੋ ਰਿਹਾ ਹੈ ਅਤੇ ਪੰਜਾਬ ਵਿੱਚ ਇਸ ਬੰਨੇ ਚੌਕਸ ਹੋਣ ਦੀ ਲੋੜ ਹੈ, ਕਿਉਂਕਿ ਜਿੱਥੇ ਮਹਾਂ ਬਹਿਸ ਦੌਰਾਨ ਜਾਂ ਅੰਕੜਿਆਂ ਦੌਰਾਨ 60-40 50-50 ਅਨੁਪਾਤ ਦੀ ਗੱਲ ਹੁੰਦੀ ਹੈ, ਉੱਥੇ ਪੰਜਾਬ ਦਾ ਪੱਖ ਰੱਖਿਆ ਜਾਣਾ ਜ਼ਰੂਰੀ ਹੈ। ਦੂਜੇ ਸੂਬਿਆਂ ਨੂੰ ਜੋ ਪਾਣੀ ਜਾ ਰਿਹਾ ਹੈ ਜਾਂ ਪੰਜਾਬ ਦੇ ਹਿੱਸੇ ਦਾ ਜੋ ਪਾਣੀ ਜਾ ਰਿਹਾ ਹੈ ਉਸ ਬਾਰੇ ਵੀ ਗੱਲ ਹੋਣੀ ਜ਼ਰੂਰੀ ਹੈ। ਸੋ ਇਸ ਮੁੱਦੇ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਵੇ। ਬਹੁਤ ਚਿਰ ਦਾ ਇਹ ਮੁੱਦਾ ਲਟਕ ਰਿਹਾ, ਪੰਜਾਬ ਦੇ ਜੀਵਨ ਦਾ ਸਵਾਲ ਹੈ ਆਉਣ ਵਾਲੇ ਸਾਲਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ। ਸੋ ਬਹਿਸ ਹੋ ਗਈ ਹੈ, ਸਿਆਸੀ ਬਿਆਨਬਾਜ਼ੀ ਚੱਲ ਰਹੀ ਹੈ। ਆਉਂਦੇ ਦਿਨਾਂ ਦੌਰਾਨ ਹੋਰ ਵੀ ਗੱਲਾਂ ਸਾਹਮਣੇ ਆਉਣਗੀਆਂ, ਪਰ ਪੰਜਾਬ ਦੇ ਮੁੱਦਿਆਂ ਉੱਤੇ ਬੜੀ ਸਾਫ਼ ਗੋਈ ਨਾਲ ਅਤੇ ਬੜੀ ਇਮਾਨਦਾਰੀ ਨਾਲ ਗੱਲ ਕਰਨੀ ਜ਼ਰੂਰੀ ਹੈ। ਮਸਲਿਆਂ ਦਾ ਹੱਲ ਵੀ ਨਿਕਲੇ, ਸਿਰਫ ਬਹਿਸ ਤੇ ਸਿਆਸੀ ਠੱਬੀਆਂ ਲਾਉਣ ਤੱਕ ਹੀ ਗੱਲ ਸੀਮਤ ਨਾ ਰਹੇ, ਇਹਦੀ ਆਪਾਂ ਆਸ ਕਰਦੇ ਹਾਂ। ਉਸ ਗੰਭੀਰ ਵਿਸ਼ੇ ਵੱਲ ਆਵਾਂਗੇ ਜੋ ਇਹਨਾਂ ਹੀ ਦਿਨਾਂ ਦਾ ਮਸਲਾ ਹੈ, ਬੜਾ ਵੱਡਾ ਮਸਲਾ ਹੈ, ਇੱਕ ਬੜਾ ਡੂੰਘਾ ਜ਼ਖਮ ਹੈ ਜੋ ਸਿੱਖ ਕੌਮ ਹਾਲੇ ਤੱਕ ਮਹਿਸੂਸ ਕਰਦੀ ਹੈ। 1984 ਦਾ ਕਤਲੇਆਮ, ਦਿੱਲੀ ਵਾਲਾ ਵਹਿਸ਼ੀ ਕਤਲੇਆਮ, ਜਿਸ 'ਤੇ 39 ਸਾਲ ਐਤਕੀ ਹੋ ਗਏ ਨੇ ਅਤੇ ਇਨਸਾਫ ਦੀ ਗੱਲ ਹਾਲੇ ਵੀ ਕੋਹਾਂ ਦੂਰ ਜਾਪਦੀ ਹੈ। ਸਾਲ ਦੇ ਇਹ ਦਿਨ ਇੱਧਰ ਵੀ ਧਿਆਨ ਦਿਵਾਉਂਦੇ ਨੇ ਕਿ ਦਿੱਲੀ ਦੇਸ਼ ਦੀ ਰਾਜਧਾਨੀ, ਦੇਸ਼ ਦਾ ਦਿਲ, ਉਸ ਵਿੱਚ ਅੱਜ ਤੋਂ 39 ਸਾਲ ਪਹਿਲਾਂ ਯਾਨੀ ਕਿ ਸੰਨ 1984 ਵਿੱਚ ਕੀ ਕੁਝ ਹੋ ਰਿਹਾ ਸੀ, ਕਿਵੇਂ ਇੱਕ ਘੱਟ ਗਿਣਤੀ ਕੌਮ ਦੇ ਉੱਪਰ ਹਮਲੇ ਦਰ ਹਮਲੇ ਹੋ ਰਹੇ ਸੀ ਅਤੇ ਵਹਿਸ਼ੀ ਕਤਲੇਆਮ ਦਾ ਸਿਲਸਿਲਾ ਚੱਲ ਪਿਆ ਸੀ। ਮਨੁੱਖਤਾ ਕਿਤੇ ਲਾਂਭੇ ਗਾਇਬ ਹੋ ਗਈ ਸੀ ਜਾਂ ਕਿਤੇ ਦੂਰ ਭਜਾ ਦਿੱਤੀ ਗਈ ਸੀ। ਇਨਸਾਨੀਅਤ ਨਾਂ ਦੀ ਚੀਜ਼ ਕਿਤੇ ਵੀ ਵਿਖਾਈ ਨਹੀਂ ਸੀ ਦਿੰਦੀ ਇਹਨਾਂ ਦਿਨਾਂ ਦੌਰਾਨ, ਨਵੰਬਰ 1984 ਵਿੱਚ, ਜੋ ਕਿ ਇੱਕ ਬਹੁਤ ਡੂੰਘਾ ਜ਼ਖਮ ਇਸ ਵੇਲੇ ਸਿੱਖ ਕੌਮ ਲਈ ਬਣਿਆ ਹੋਇਆ। ਬੜੇ ਦੁੱਖ ਦੀ ਗੱਲ ਹੈ ਕਿ ਕਿੰਨੀਆਂ ਸਰਕਾਰਾਂ ਆਈਆਂ, ਕਿੰਨੇ ਆਗੂ ਆਏ, ਪਰ ਇਸ ਮਾਮਲੇ 'ਤੇ ਮੁਕੰਮਲ ਇਨਸਾਫ ਨਹੀਂ ਹੋਇਆ। ਹੁਣ ਵੀ SIT ਬਣ ਰਹੀਆਂ ਨੇ, ਜਾਂਚ ਚੱਲ ਰਹੀਆਂ ਨੇ, ਦੋਸ਼ੀ ਬੜੇ ਆਰਾਮ ਨਾਲ ਅਦਾਲਤਾਂ ਵੱਲ ਜਾਂਦੇ ਨੇ ਅਤੇ ਮਾਮਲੇ ਹਲੇ ਅਦਾਲਤਾਂ ਵਿੱਚ ਹੀ ਘੁੰਮ ਰਹੇ ਨੇ। ਇਨਸਾਫ ਦੀ ਉਡੀਕ ਜਾਰੀ ਹੈ ਇਸ ਘਟਨਾਕ੍ਰਮ ਦੇ 39 ਸਾਲ ਬਾਅਦ ਵੀ। 1984 ਤੋਂ 2023 ਤੱਕ ਦਾ ਸਮਾਂ ਆ ਗਿਆ, ਪਰ ਉਸ ਘਟਨਾਕ੍ਰਮ ਦਾ ਦੁੱਖ ਅਤੇ ਦਰਦ ਹੁਣ ਤੱਕ ਵੀ ਉਸੇ ਤਰ੍ਹਾਂ ਬਰਕਰਾਰ ਹੈ, ਖਾਸ ਤੌਰ 'ਤੇ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨੇ ਉਸ ਕਤਲੇਆਮ ਨੂੰ ਨੇੜਿਓਂ ਵੇਖਿਆ, ਉਹਦਾ ਨੁਕਸਾਨ ਝੱਲਿਆ ਹੋਇਆ। ਜੋ ਘਟਨਾਕ੍ਰਮ ਯਾਦਾਂ ਦੇ ਝਰੋਖੇ ਵਿੱਚੋਂ ਬਾਹਰ ਆਉਂਦੇ ਨੇ, ਚੇਤਾ ਕਰਵਾਉਂਦੇ ਨੇ ਕਿ ਇਹਨਾਂ ਦਿਨ ਦੌਰਾਨ ਕੀ ਕੁਝ ਵਾਪਰਿਆ ਸੀ। ਗੱਲ ਭਾਵੇਂ ਪੰਜਾਬੀ ਸੂਬੇ ਦੀ ਸਥਾਪਨਾ ਦੀ ਹੋਵੇ, ਜਿਵੇਂ ਦਾ ਵੀ ਸੂਬਾ ਲੰਮੇ ਸੰਘਰਸ਼ ਤੋਂ ਬਾਅਦ ਬਣਿਆ, ਹੋਂਦ ਵਿੱਚ ਆਇਆ, ਕਈ ਕੁਰਬਾਨੀਆਂ, ਮੋਰਚੇ, ਜੇਲ੍ਹ ਭਰੋ ਅੰਦੋਲਨ ਤੋਂ ਬਾਅਦ ਇਹ ਸੂਬਾ ਹੋਂਦ ਵਿੱਚ ਆਇਆ, ਉਸ ਨਾਲ ਕਿੰਨੇ ਵਿਤਕਰੇ ਹੋਏ। ਹੁਣ ਵੀ ਕਈ ਵਿਤਕਰੇ ਹੁੰਦੇ ਸਾਹਮਣੇ ਆ ਜਾਂਦੇ ਨੇ। ਪਾਣੀਆਂ ਦਾ ਮੁੱਦਾ ਹੋਵੇ, ਰਾਜਧਾਨੀ ਦਾ ਮੁੱਦਾ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੋਵੇ, SYL ਦਾ ਮੁੱਦਾ ਇਸ ਵੇਲੇ ਬਹੁਤ ਜ਼ਿਆਦਾ ਚਰਚਾ ਵਿੱਚ ਹੈ। ਸਿਆਸੀ ਨਜ਼ਰੀਏ ਤੋਂ ਵੀ ਸਿਆਸੀ ਪਾਰਟੀਆਂ ਇਸ ਮੁੱਦੇ ਨੂੰ ਕਾਫੀ ਹਵਾ ਦੇ ਰਹੀਆਂ ਨੇ ਇਸ ਵੇਲੇ, ਅਤੇ ਚੋਣਾਂ ਦੇ ਮਾਹੌਲ ਵਿੱਚ ਇਹ ਮੁੱਦਾ ਹਰ ਵਾਰ ਇੱਕ ਵੱਡੇ ਮੁੱਦੇ ਵਜੋਂ ਸਾਹਮਣੇ ਲਿਆਂਦਾ ਜਾਂਦਾ ਅਤੇ ਐਤਕੀ ਵੀ ਇੱਦਾਂ ਹੀ ਹੋ ਰਿਹਾ ਲੱਗਦਾ ਹੈ। ਨਵੰਬਰ 1984 ਦਾ ਸਿੱਖ ਵਿਰੋਧੀ ਕਤਲੇਆਮ, ਉਸ ਦੀ ਵੀ ਗੱਲ ਕਰਨੀ ਬਣਦੀ ਵੀ ਹੈ, ਕਿਉਂਕਿ 39 ਸਾਲ ਹੋ ਗਏ ਨੇ। ਇਨਸਾਫ ਬਹੁਤ ਦੂਰ
ਲੱਗਦਾ ਹੈ। ਹੁਣ ਤਾਈਂ ਦੇਸ਼ ਵਿੱਚ ਇਸ ਨੂੰ ਲੈ ਕੇ ਕਦੇ ਵੀ ਜਨਤਕ ਤੌਰ 'ਤੇ ਖੁੱਲ੍ਹ ਕੇ ਇਸ ਘਟਨਾ ਦੇ ਉੱਪਰ, ਇਸ ਕਤਲੇਆਮ ਦੇ ਉੱਪਰ ਕਦੇ ਵੀ ਕੋਈ ਅਫਸੋਸ ਦਾ ਪ੍ਰਗਟਾਵਾ ਜਾਂ ਕੋਈ ਮੁਆਫੀਨਾਮਾ ਸਾਹਮਣੇ ਨਹੀਂ ਆਇਆ। ਕਿੰਨੇ ਸਿਤਮ ਦੀ ਗੱਲ ਹੈ ਕਿ ਦੇਸ਼ ਦੇ ਇੱਕੋ ਪ੍ਰਧਾਨ ਮੰਤਰੀ ਨੇ ਹੁਣ ਤਾਂ ਇਸ ਮੁੱਦੇ 'ਤੇ ਮਾਫੀ ਮੰਗੀ ਹੈ, ਅਤੇ ਉਹ ਵੀ ਸਿੱਖ ਪ੍ਰਧਾਨ ਮੰਤਰੀ ਸਨ, ਡਾਕਟਰ ਮਨਮੋਹਨ ਸਿੰਘ। ਉਹੀ ਇੱਕੋ ਇੱਕ ਪ੍ਰਧਾਨ ਮੰਤਰੀ ਹੋਏ ਨੇ ਜਿਨ੍ਹਾਂ ਨੇ ਇਹਦੇ ਉੱਪਰ ਮਾਫੀ ਮੰਗੀ ਹੈ। ਆਪਣੇ ਆਪ ਵਿੱਚ ਦੇਖੋ ਕਿੰਨੇ ਸਿਤਮ ਦੀ ਗੱਲ ਹੈ। ਜਿਸ ਕੌਮ ਦੇ ਖਿਲਾਫ ਇਹ ਜ਼ੁਲਮ ਹੋਇਆ, ਉਸੇ ਕੌਮ ਵਿੱਚੋਂ ਇੱਕ ਪ੍ਰਧਾਨ ਮੰਤਰੀ ਦੀ ਮਾਫੀ ਮੰਗਦੇ ਨੇ ਪਾਰਲੀਮੈਂਟ ਦੇ ਵਿੱਚ। ਬਹੁਤ ਸਾਰੇ ਦੋਸ਼ੀਆਂ ਦੇ ਖਿਲਾਫ ਮਾਮਲੇ ਚੱਲ ਰਹੇ ਨੇ। ਉੱਤਰ ਪ੍ਰਦੇਸ਼ ਵਿੱਚ ਉੱਥੋਂ ਦੀ ਸਰਕਾਰ ਨੇ ਦੁਬਾਰਾ SIT ਬਣਾਈ, 90 ਦੇ ਕਰੀਬ ਵਿਅਕਤੀਆਂ ਦੀ ਸ਼ਨਾਖਤ ਕੀਤੀ, ਦੁਬਾਰਾ ਉਹਨਾਂ ਦੇ ਕੇਸ ਖੋਲ੍ਹੇ ਗਏ ਨੇ ਜੋ ਇਸ ਵੇਲੇ ਜ਼ਿੰਦਾ ਨੇ, ਨਹੀਂ ਤਾਂ ਕਈ ਤਾਂ ਆਪਣੀ ਸਜ਼ਾ ਭੁਗਤਦੇ ਹੋਏ ਦੁਨੀਆ ਤੋਂ ਪਹਿਲਾਂ ਹੀ ਚੱਲਦੇ ਹੋ ਚੁੱਕੇ ਨੇ। ਜੋ ਜ਼ਿੰਦਾ ਨੇ ਉਹਨਾਂ ਦੇ ਖਿਲਾਫ ਹੁਣ ਦੁਬਾਰਾ ਪੜਤਾਲ ਚੱਲ ਰਹੀ ਹੈ। ਕਈ ਮਾਮਲਿਆਂ ਵਿੱਚ ਕਾਰਵਾਈ ਸ਼ੁਰੂ ਹੋਈ ਹੈ। ਕਾਂਗਰਸੀ ਆਗੂਆਂ ਜਿਨ੍ਹਾਂ ਦੇ ਨਾਮ ਬੋਲਦੇ ਨੇ ਪ੍ਰਮੁੱਖ ਤੌਰ 'ਤੇ ਦੋਸ਼ੀਆਂ ਵਿੱਚ, ਉਹ ਵੀ ਪੇਸ਼ੀਆਂ ਭੁਗਤ ਰਹੇ ਨੇ। ਬਹੁਤ ਸਾਰੇ ਆਗੂਆਂ ਨੇ ਲੰਮੇ ਸਮੇਂ ਤੱਕ ਸਰਕਾਰੀ ਸੁਰੱਖਿਆ ਦਾ ਆਨੰਦ ਮਾਣਦੇ ਹੋਏ ਸੁਰੱਖਿਆ ਛਤਰੀ ਤਹਿਤ ਆਪਣੇ ਜੀਵਨ ਬਤੀਤ ਕੀਤੇ ਨੇ। ਕਈਆਂ ਨੂੰ ਹੁਣ ਜਾ ਕੇ ਸੇਕ ਲੱਗਣਾ ਸ਼ੁਰੂ ਹੋਇਆ। ਪਰ ਕੁੱਲ ਮਿਲਾ ਕੇ ਜੇਕਰ ਆਪਾਂ ਵੇਖੀਏ ਤਾਂ ਕਈ ਕਮਿਸ਼ਨ ਬਣੇ ਨੇ, ਕਈ ਦਾਅਵੇ ਹੋਏ ਨੇ, ਪਰ ਇਨਸਾਫ ਹਮੇਸ਼ਾ ਦੂਰ ਹੀ ਰਿਹਾ ਅਤੇ ਹੁਣ ਵੀ ਇਨਸਾਫ ਦੂਰ ਹੀ ਲੱਗਦਾ ਹੈ। ਇਸ ਘਟਨਾਕ੍ਰਮ ਦੇ ਇੰਨੇ ਵਰ੍ਹੇ ਬੀਤ ਜਾਣ ਉੱਤੇ ਵੀ ਇਹ ਆਪਣੇ ਆਪ ਵਿੱਚ ਇੱਕ ਬੜਾ ਦੁਖਦ ਘਟਨਾਕ੍ਰਮ ਕਿਹਾ ਜਾਵੇਗਾ ਇਸ ਸਮੁੱਚੇ ਵਰਤਾਰੇ ਦਾ। ਹੁਣ ਇਸ ਵੇਲੇ ਸਾਲ 2023 ਚੱਲ ਰਿਹਾ ਹੈ ਅਤੇ ਆਉਂਦੇ ਵਰ੍ਹੇ ਲੋਕ ਸਭਾ ਚੋਣਾਂ ਨੇ। ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਲੈ ਕੇ ਕੋਈ ਵੱਡਾ ਦੋਸ਼ੀ ਜਾਂ ਇਸ ਮਾਮਲੇ 'ਤੇ ਇਨਸਾਫ ਮਿਲੂਗਾ ਉਹਨਾਂ ਪੀੜਤਾਂ ਨੂੰ ਜਿਨ੍ਹਾਂ ਦੀ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਬਤੀਤ ਹੋ ਗਈ ਇਨਸਾਫ ਉਡੀਕਦਿਆਂ। ਹਾਲੇ ਵੀ ਬਹੁਤ ਸਾਰੇ ਲੋਕਾਂ ਦੇ ਜ਼ਖਮ ਜਿਹੜੇ ਨੇ ਇਹਨਾਂ ਦਿਨਾਂ ਦੌਰਾਨ ਅੱਲੇ ਹੋ ਜਾਂਦੇ ਨੇ ਅਤੇ ਉਹ ਇਸ ਘਟਨਾਕ੍ਰਮ ਦਾ ਦੁੱਖ ਹੁਣ ਤੱਕ ਸੀਨਿਆਂ ਵਿੱਚ ਲਈ ਬੈਠੇ ਨੇ। ਸੋ ਬਹੁਤ ਜ਼ਰੂਰੀ ਹੈ ਇਸ ਸਮੁੱਚੇ 1984 ਦੇ ਕਤਲੇਆਮ ਦਾ ਇਨਸਾਫ ਹੋਣਾ। ਇੱਕ ਅਜਿਹੀ ਕੌਮ ਦੀ ਗੱਲ ਹੈ ਕਿ ਜੋ ਬਹੁਤ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਦੇਸ਼ ਦੇ ਲਈ, ਅਤੇ ਦੇਸ਼ ਦੀ ਰਾਜਧਾਨੀ ਦੇ ਵਿੱਚ ਇਹੋ ਜਿਹਾ ਵੱਡਾ ਕਤਲੇਆਮ ਹੋਣਾ ਅਤੇ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਯੋਜਨਾਬੱਧ ਢੰਗ ਨਾਲ ਬਹੁਤ ਹਾਲਾਤ ਬਣਾ ਕੇ ਉੱਦਾਂ ਦੇ ਇੱਕ ਮਾਹੌਲ ਫਿਰਕੂ ਸੋਚ ਦੇ ਨਾਲ ਇਹ ਜੋ ਘਟਨਾਕ੍ਰਮ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ, ਉਹ ਉਸ ਸੰਬੰਧੀ ਇਨਸਾਫ ਹੋਣਾ ਜ਼ਰੂਰੀ ਹੈ ਅਤੇ ਸਿਆਸੀ ਮੰਤਵਾਂ ਤੋਂ ਉੱਪਰ ਉੱਠ ਕੇ ਇਸ ਮੁੱਦੇ ਉੱਪਰ ਇਨਸਾਫ ਕੀਤਾ ਜਾਣਾ ਜ਼ਰੂਰੀ ਹੈ। ਇਹ ਤਾਂ ਸੀ ਅੱਜ ਦੇ ਵਿਸ਼ਿਆਂ ਦੀ ਗੱਲ। ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਮਗਰਲੇ ਹਿੱਸੇ ਵਿੱਚ ਕੁਝ ਹੋਰ ਤਾਜ਼ਾ ਜਾਣਕਾਰੀਆਂ ਵੀ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਆਓ ਉਹਨਾਂ ਜਾਣਕਾਰੀਆਂ ਉੱਪਰ ਵੀ ਝਾਤ ਪਾਉਂਦੇ ਹਾਂ। ਦੇਸ਼ ਵਿੱਚ ਪ੍ਰਦੂਸ਼ਣ ਦਾ ਮੁੱਦਾ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਸੁਰ ਚੁੱਕਦਾ ਹੋਇਆ ਵਿਖਾਈ ਦੇ ਰਿਹਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਬਹੁਤ ਸਾਰੇ ਇਲਜ਼ਾਮ ਅਤੇ ਉਂਗਲਾਂ ਪੰਜਾਬ ਵੱਲ ਕੀਤੀਆਂ ਜਾ ਰਹੀਆਂ ਨੇ। ਇਸ ਦੇ ਬਾਵਜੂਦ ਕਿ ਪਿਛਲੇ ਦਿਨਾਂ ਦੌਰਾਨ ਖੁਦ ਕੇਂਦਰ ਸਰਕਾਰ ਦੇ ਕਈ ਅੰਕੜੇ, ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਰਿਪੋਰਟਾਂ ਅਤੇ ਪੰਜਾਬ ਸਰਕਾਰ ਵੀ ਵਾਰ-ਵਾਰ ਇਹ ਸਪਸ਼ਟ ਕਰ ਚੁੱਕੀ ਹੈ ਕਿ ਐਤਕੀ ਪਰਾਲੀ ਸਾੜਨ ਦੇ ਮਾਮਲੇ ਕਾਫੀ ਜ਼ਿਆਦਾ ਘਟੇ ਨੇ। 56.6% ਪਰਾਲੀ ਐਤਕੀ ਘੱਟ ਸੜੀ ਹੈ। ਪਰ ਇਸ ਦੇ ਬਾਵਜੂਦ ਇਹਨਾਂ ਦਿਨਾਂ ਦੌਰਾਨ ਜੋ ਪ੍ਰਦੂਸ਼ਣ ਹੁੰਦਾ ਉਸ ਦਾ ਸਾਰਾ ਦੋਸ਼ ਇੱਕ ਤਰੀਕੇ ਨਾਲ ਪਰਾਲੀ ਵਾਲੇ ਪਾਸੇ ਨੂੰ ਕੀਤੇ ਜਾਣ ਦੀ ਫਿਰ ਕੋਸ਼ਿਸ਼ ਹੋ ਰਹੀ ਹੈ। ਸੋਸ਼ਲ ਮੀਡੀਆ ਉੱਤੇ ਅਤੇ ਕੁਝ ਮੀਡੀਆ ਚੈਨਲਾਂ ਵੱਲੋਂ ਵੀ ਲਗਾਤਾਰ ਇਸ ਸੰਬੰਧੀ ਪ੍ਰਚਾਰ ਕੀਤਾ ਜਾ ਰਿਹਾ ਅਤੇ ਜ਼ਿਆਦਾ ਕਸੂਰ ਪੰਜਾਬ ਵਾਲੇ ਪਾਸੇ ਕੀਤੇ ਜਾਣ ਦੀ ਕੋਸ਼ਿਸ਼ ਹੋ ਰਹੀ ਹੈ। ਹਾਲਾਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਿਛਲੇ ਦਿਨ ਸਪਸ਼ਟ ਕੀਤਾ ਗਿਆ ਸੀ ਕਿ ਪ੍ਰਦੂਸ਼ਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਨੇ ਅਤੇ ਜੇਕਰ ਪੰਜਾਬ ਵਿੱਚ ਪਰਾਲੀ ਸੜੀ ਵੀ ਹੈ ਤਾਂ ਉਸ ਦਾ ਸਿੱਧਾ ਅਸਰ ਜਾ ਕੇ ਦਿੱਲੀ ਵਿੱਚ ਹੋਣ ਦੀ ਸੰਭਾਵਨਾ ਉਨੀ ਜ਼ਿਆਦਾ ਨਹੀਂ ਜਿੰਨੀ ਕਿ ਵਿਖਾਈ ਜਾ ਰਹੀ ਹੈ ਜਾਂ ਪ੍ਰਚਾਰੀ ਜਾ ਰਹੀ ਹੈ। ਸੋ ਪ੍ਰਦੂਸ਼ਣ ਦਾ ਮੁੱਦਾ ਇੱਕ ਵਾਰ ਫਿਰ ਉੱਠ ਰਿਹਾ ਹੈ। ਬਹੁਤ ਸਾਰੇ ਸ਼ਹਿਰਾਂ ਵਿੱਚ ਬੀਤੇ 1 ਜਾਂ 2 ਦਿਨਾਂ ਤੋਂ ਅਸਮਾਨ ਵਿੱਚ ਧੁੰਦੂਕਾਰਾ ਜ਼ਰੂਰ ਵੇਖਿਆ ਗਿਆ, ਪਰ ਇਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਨੇ। ਪਿਛਲੇ ਦਿਨਾਂ ਦੌਰਾਨ ਕਾਫੀ ਪਟਾਕਿਆਂ ਦੀ ਵਰਤੋਂ ਵੀ ਹੋਈ ਹੈ। ਸੋ ਪ੍ਰਦੂਸ਼ਣ ਦੇ ਬਹੁਤ ਸਾਰੇ ਕਾਰਨ ਨੇ, ਪਰ ਇੱਕ ਵਾਰ ਫਿਰ ਕਿਉਂਕਿ ਇਹਨਾਂ ਦਿਨਾਂ ਦੌਰਾਨ ਝੋਨੇ ਦੀ ਵਾਢੀ ਹੁੰਦੀ ਹੈ ਅਤੇ
ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਾਂ ਨਾ ਸਮਝ ਲੋਕਾਂ ਵੱਲੋਂ ਪਰਾਲੀ ਨੂੰ ਸਾੜਿਆ ਵੀ ਜਾਂਦਾ ਤੇ ਉਸ ਬੰਨੇ ਉਸ ਚੀਜ਼ ਨੂੰ ਬਹਾਨਾ ਬਣਾ ਕੇ ਇੱਕ ਬਹੁਤ ਵੱਡਾ ਪ੍ਰਚਾਰ ਵੀ ਹਰ ਵਾਰ ਚੱਲ ਪੈਂਦਾ, ਜੋ ਐਤਕੀ ਵੀ ਚੱਲਦਾ ਹੋਇਆ ਵਿਖਾਈ ਦੇ ਰਿਹਾ ਹੈ। ਤੇ ਗੱਲ ਜੇਕਰ ਮੌਸਮ ਦੀ ਹੋਵੇ ਤਾਂ ਪਿਛਲੇ ਕੁਝ ਦਿਨਾਂ ਦੌਰਾਨ ਤਾਪਮਾਨ ਵਿੱਚ ਇੱਕ ਵਾਰ ਫਿਰ ਵਾਧਾ ਹੁੰਦਾ ਹੋਇਆ ਨਜ਼ਰ ਆਇਆ। ਗਰਮੀ ਕੁਝ ਵੱਧਦੀ ਹੋਈ ਵਿਖਾਈ ਦਿੱਤੀ ਹੈ। ਹਾਲਾਂਕਿ ਨਵੰਬਰ ਦਾ ਮਹੀਨਾ ਸ਼ੁਰੂ ਹੋਣ ਦੇ ਬਾਅਦ ਠੰਡ ਹੋਰ ਵੱਧ ਜਾਣੀ ਚਾਹੀਦੀ ਸੀ, ਮੌਸਮ ਹੋਰ ਠੰਡਾ ਹੋ ਜਾਣਾ ਚਾਹੀਦਾ ਸੀ, ਪਰ ਹਾਲੇ ਵੀ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸ-ਪਾਸ ਵੇਖਿਆ ਜਾ ਰਿਹਾ ਹੈ, ਜੋ ਇੱਕ ਵਾਰ ਫਿਰ ਇਹ ਸੰਕੇਤ ਦੇ ਰਿਹਾ ਹੈ, ਚੇਤਾਵਨੀ ਦੇ ਰਿਹਾ ਹੈ ਕਿ ਆਲਮੀ ਗਰਮੀ, ਆਲਮੀ ਤਪਸ਼, ਗਲੋਬਲ ਵਾਰਮਿੰਗ ਵੱਧਦੀ ਜਾ ਰਹੀ ਹੈ ਤੇ ਸਿਆਲ ਦਾ ਸੀਜ਼ਨ, ਸਿਆਲ ਦੇ ਮਹੀਨੇ ਸੁੰਗੜਦੇ ਜਾ ਰਹੇ ਨੇ ਅਤੇ ਐਤਕੀ ਨਵੰਬਰ ਵਿੱਚ ਵੀ ਪੱਖੇ ਚੱਲ ਰਹੇ ਹੋਣ ਅਤੇ ਦਿਨ ਵੇਲੇ ਗਰਮੀ ਲੱਗਦੀ ਹੋਈ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ ਤੇ ਇਹ ਵੀ ਮੌਸਮ ਪੱਖੋਂ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਇਧਰਲੇ ਬੰਨੇ ਵੀ ਪ੍ਰਦੂਸ਼ਣ ਵਾਂਗ ਧਿਆਨ ਦਿੱਤੇ ਜਾਣ ਦੀ ਲੋੜ ਮਹਿਸੂਸ ਹੁੰਦੀ ਹੈ। ਤੁਹਾਨੂੰ ਜਾਣਕਾਰੀ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ, ਆਮ ਚੋਣਾਂ ਨੂੰ ਲੈ ਕੇ ਜੋ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਉਹ ਕਿੱਥੇ ਕੁ ਪਹੁੰਚਿਆ ਹੈ ਅਤੇ ਕਿੰਨੀ ਕੁ ਰਫ਼ਤਾਰ ਨਾਲ ਚੱਲ ਰਿਹਾ ਹੈ। ਜੋ ਤਾਜ਼ਾ ਅੰਕੜੇ ਇਸ ਸੰਬੰਧੀ ਪ੍ਰਾਪਤ ਹੋਏ ਨੇ ਬੀਤੇ ਦਿਨਾਂ ਤੱਕ ਦੇ, ਉਸ ਤੋਂ ਇੱਕ ਚੀਜ਼ ਸਪਸ਼ਟ ਨਜ਼ਰ ਆ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਰਜਿਸਟ੍ਰੇਸ਼ਨ ਦਾ ਕੰਮ ਕਾਫੀ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਉਸ ਦਾ ਕਾਰਨ ਇਹ ਹੈ ਕਿ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਜੋ ਅਰਜ਼ੀਆਂ ਆਉਣ ਦਾ ਕੰਮ ਹੈ ਉਸ ਵਿੱਚ ਜ਼ਿਆਦਾ ਤੇਜ਼ੀ ਨਹੀਂ ਵਿਖਾਈ ਜਾ ਰਹੀ ਤੇ ਲੋਕਾਂ ਵੱਲੋਂ ਇਸ ਬੰਦੇ ਫਿਲਹਾਲ ਕੋਈ ਜ਼ਿਆਦਾ ਪਹਿਲ ਕਦਮੀ ਨਹੀਂ ਕੀਤੀ ਜਾ ਰਹੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਜੇਕਰ ਗੱਲ ਹੋਵੇ ਤਾਂ ਕਾਫੀ ਘੱਟ ਮਾਤਰਾ ਵਿੱਚ ਅਰਜ਼ੀਆਂ ਇਸ ਸੰਬੰਧੀ ਪ੍ਰਾਪਤ ਹੋਈਆਂ ਨੇ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਬੀਤੀ 21 ਅਕਤੂਬਰ ਦਾ ਸ਼ੁਰੂ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਕਾਇਦਾ ਇਸ ਸੰਬੰਧੀ ਐਲਾਨ ਵੀ ਕੀਤਾ ਗਿਆ ਸੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਬਕਾਇਦਾ ਇਸ ਸੰਬੰਧੀ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਪ੍ਰਕਿਰਿਆ ਨੂੰ ਥੋੜ੍ਹਾ ਹੋਰ ਸੁਖਾਲਾ ਬਣਾਇਆ ਜਾਵੇ ਤੇ ਕੁਝ ਹੋਰ ਸਮਾਂ ਵੀ ਦਿੱਤਾ ਜਾਵੇ ਇਸ ਕੰਮ ਲਈ। ਫਿਲਹਾਲ 15 ਨਵੰਬਰ ਦੇ ਆਸ-ਪਾਸ ਤੱਕ ਦੀ ਤਰੀਕ ਜਿਹੜੀ ਆ ਇਸ ਕੰਮ ਲਈ ਮੁਕਰਰ ਕੀਤੀ ਗਈ ਹੈ, ਪਰ ਫਿਲਹਾਲ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਅਤੇ ਅਰਜ਼ੀਆਂ ਕਾਫੀ ਘੱਟ ਗਿਣਤੀ ਵਿੱਚ ਪਹੁੰਚ ਰਹੀਆਂ ਨੇ। ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਅਪੀਲ ਵੀ ਕੀਤੀ ਜਾਂਦੀ ਰਹੀ ਹੈ ਸੰਗਤ ਨੂੰ ਕਿ ਉਹ ਵੱਧ ਤੋਂ ਵੱਧ ਮਾਤਰਾ ਵਿੱਚ ਵੱਧ ਚੜ੍ਹ ਕੇ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਮੋਹਰੇ ਆਉਣ, ਆਪਣੀਆਂ ਵੋਟਾਂ ਬਣਵਾਉਣ ਤਾਂ ਜੋ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਈਆਂ ਜਾ ਸਕਣ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਲਗਭਗ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਸ਼੍ਰੋਮਣੀ ਕਮੇਟੀ ਦੇ ਆਮ ਇਜਲਾਸ ਯਾਨੀ ਕਿ ਆਮ ਚੋਣਾਂ ਨੂੰ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਵੋਟਰਾਂ ਜ਼ਰੀਏ ਚੋਣ। ਸੋ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਪੈਂਡਿੰਗ ਨੇ, ਭਾਵ ਕਿ ਲਟਕ ਰਹੀਆਂ ਨੇ ਤੇ ਫਿਲਹਾਲ ਉਹਨਾਂ ਚੋਣਾਂ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਜੋ ਚੱਲ ਰਿਹਾ ਉਹ ਕਾਫੀ ਮੱਠੀ ਰਫ਼ਤਾਰ ਨਾਲ ਚੱਲਦਾ ਹੋਇਆ ਵਿਖਾਈ ਦੇ ਰਿਹਾ ਹੈ। ਹਾਲਾਂਕਿ ਆਉਂਦੇ ਦਿਨਾਂ ਦੌਰਾਨ ਇਸ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ। ਇਹਨਾਂ ਜਾਣਕਾਰੀਆਂ ਦੇ ਨਾਲ ਹੀ ਵੇਲਾ ਮੁਕੰਮਲ ਹੁੰਦਾ ਅੱਜ ਦੇ ਇਸ ਤਾਜ਼ਾ ਅੰਕ ਦਾ, ਜਿਸ ਨੂੰ ਤੁਸੀਂ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ। ਇਸੇ ਤਰ੍ਹਾਂ ਹੋਰ ਵੀ ਤਾਜ਼ਾ ਤਰੀਨ ਖਬਰਾਂ ਅਤੇ ਜਾਣਕਾਰੀ ਭਰਪੂਰ ਅਪਡੇਟਸ ਲਈ ਲਗਾਤਾਰ ਵੇਖਦੇ ਰਹੋ ਦ ਪੰਜਾਬ ਟਾਕਸ। ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ।